Welcome back, students. Today I am Archana Shahi, lecturer commerce. Here discuss the topic that is nature, characteristics or features of planning. We have already discussed the meaning of planning. Now we will discuss the planning nature, features or characteristics. First आ जाता है that is the planning is an intellectual activity. Planning is an intellectual activities means that it deals with the mental state of the mind of the manager. ठीक है जी, ਇਹਦਾ ਮਤਲਬ ਕੀ ਹੁੰਦਾ ਕਿ ਜੋ ਵੀ ਆਪਣੇ ਮੈਨੇਜਰਸ ਹੋਣਗੇ, ਠੀਕ ਹੈ, ਉਹਨਾਂ ਦੇ ਮੈਂਟਲ ਮਤਲਬ ਦਿਮਾਗ ਦੇ ਨਾਲ ਜੋ ਵੀ ਸੋਚਦੇ ਨੇ, ਠੀਕ ਹੈ, ਕੋਈ ਡਿਸੀਜ਼ਨ ਲੈਂਦੇ ਨੇ, ਦੈਨ ਇਟ ਸ਼ੁੱਡ ਬੀ ਦਾ ਪਾਰਟ ਆਫ ਦਾ ਇੰਟੈਲੈਕਚੁਅਲ ਐਕਟੀਵਿਟੀ। ਠੀਕ ਹੈ, ਜਾਂ ਆਪਾਂ ਇਹ ਵੀ ਕਹਾਂਗੇ ਕਿ ਪਲੈਨਿੰਗ ਦੇ ਵਿੱਚ ਕੀ ਹੁੰਦਾ ਕਿ ਵਿਜ਼ਨ ਤੇ ਫੋਰਸਾਈਟਡਨੈਸ ਆ ਜਾਂਦੇ ਆ। ਵਿਜ਼ਨ ਤੇ ਫੋਰਸਾਈਟਡਨੈਸ ਦਾ ਮਤਲਬ ਕੀ ਹੁੰਦਾ ਕਿ ਫਿਊਚਰ ਦੇ ਰਿਗਾਰਡਿੰਗ ਸੋਚਣਾ। ਠੀਕ ਹੈ, ਫਿਊਚਰ ਦੇ ਰਿਗਾਰਡਿੰਗ ਸੋਚਣਾ ਤੇ ਫਿਊਚਰ ਦੇ ਰਿਗਾਰਡਿੰਗ ਸੋਚ ਕੇ ਅਸੀਂ ਆਪਣੇ ਜਿਹੜੇ ਓਬਜੈਕਟਿਵਸ ਹੋਣਗੇ, ਆਪਣੇ ਗੋਲਸ ਜਿਹੜੇ ਹੋਣਗੇ, ਇਟ ਸ਼ੁੱਡ ਬੀ ਡਿਫਾਈਨ। ਠੀਕ ਹੈ, ਸੋ ਜੋ ਡਿਫਾਈਨ ਕੀਤਾ ਜਾਂਦਾ ਹੈ ਉਹ ਸਾਡੇ ਮੈਂਟਲ ਸਟੇਟ ਦੇ ਨਾਲ ਡਿਫਾਈਨ ਕੀਤਾ ਜਾਏਗਾ ਐਂਡ ਮੈਂਟਲ ਸਟੇਟ ਜਿਹੜਾ ਹੋਏਗਾ ਕਿਸ ਦਾ ਹੋਏਗਾ, ਦੈਟ ਇਜ਼ ਦਾ ਮੈਨੇਜਰ ਪਾਰਟ। ਠੀਕ ਹੈ, ਨੈਕਸਟ ਆ ਜਾਂਦਾ ਪ੍ਰਾਈਮੇਸੀ ਆਫ ਪਲੈਨਿੰਗ। ਪ੍ਰਾਈਮੇਸੀ ਆਫ ਪਲੈਨਿੰਗ ਦਾ ਮਤਲਬ ਕੀ ਹੁੰਦਾ ਕਿ ਪਲੈਨਿੰਗ ਜਿਹੜੀ ਹੁੰਦੀ ਹੈ ਇਟ ਇਜ਼ ਅ ਫਸਟ ਐਂਡ ਫੋਰਮੋਸਟ ਫੰਕਸ਼ਨ ਆਫ ਦਾ ਮੈਨੇਜਮੈਂਟ। We have discussed that management has so many functions. First is the planning, the next is the organizing, staffing, directing, coordinating and controlling. ठीक है जी, ਤਾਂ ਇਹਨਾਂ ਸਾਰੇ ਫੰਕਸ਼ਨਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਕੀ ਆ ਜਾਂਦਾ ਹੈ, ਪਲੈਨਿੰਗ ਆ ਜਾਂਦੀ ਹੈ। ਤਾਂ ਪ੍ਰਾਈਮੇਸੀ ਦਾ ਮਤਲਬ ਇਹ ਹੋਏਗਾ ਕਿ ਪਲੈਨਿੰਗ ਜਿਹੜੀ ਹੁੰਦੀ ਹੈ ਫਰਸਟ ਹੁੰਦੀ ਹੈ, ਫੋਰਮੋਸਟ ਹੋਏਗੀ, ਇੰਪੋਰਟੈਂਟ ਹੋਏਗੀ ਅਤੇ ਫਰਸਟਲੀ ਪਰਫੋਰਮ ਕੀਤੀ ਜਾਏਗੀ। ਉਸ ਤੋਂ ਬਾਅਦ ਜਿਹੜੇ ਬਾਕੀ ਜਿਹੜੇ ਫੰਕਸ਼ਨਸ ਹੋਣਗੇ ਉਹ ਪਰਫੋਰਮ ਕੀਤੇ ਜਾਣਗੇ। ਠੀਕ ਹੈ ਜੀ, ਜਿਹਨੂੰ ਆਪਾਂ ਓਬਜੈਕਟਿਵਸ ਨੂੰ ਧਿਆਨ 'ਚ ਰੱਖ ਕੇ ਹੀ ਮਤਲਬ ਪਲੈਨਿੰਗ ਜਿਹੜੀ ਹੋਏਗੀ ਕੀਤੀ ਜਾਏਗੀ। ਨੈਕਸਟ ਆ ਜਾਂਦਾ ਗੋਲ ਓਰੀਐਂਟਡ। ਗੋਲ ਓਰੀਐਂਟਡ ਦਾ ਮਤਲਬ ਹੁੰਦਾ ਕਿ ਕੋਈ ਵੀ ਅਸੀਂ ਪਲਾਨ ਜਿਹੜਾ ਬਣਾਉਂਦੇ ਹਾਂ, ਠੀਕ ਹੈ, ਉਹਨਾਂ ਦਾ ਮੇਨ ਮਕਸਦ ਜਿਹੜਾ ਹੋਏਗਾ, ਏਮ ਜਿਹੜਾ ਇਹੀ ਹੁੰਦਾ ਕਿ ਅਸੀਂ ਓਬਜੈਕਟਿਵਸ ਨੂੰ ਅਟੇਨ ਕਰਨਾ, ਅਚੀਵ ਕਰਨਾ। ਠੀਕ ਹੈ ਜੀ, ਅਤੇ ਸਟੈਪਸ ਜਿਹੜੇ ਹੋਣਗੇ ਇਹਨਾਂ ਨੂੰ ਅਚੀਵ ਕਰਨ ਦੇ ਕੀ ਹੋਣਗੇ, ਜਿਹਦੇ ਲਈ ਕੀ ਹੋਏਗਾ ਕਿ ਸਾਊਂਡ ਅਤੇ ਇਫੈਕਟਿਵ ਅਤੇ ਪਰਪਸਫੁਲ ਪਲੈਨਿੰਗ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹਦੇ ਨਾਲ ਕੀ ਹੋਊਗਾ ਕਿ ਅਸੀਂ ਇਹ ਡਿਫਾਈਨ ਕਰਾਂਗੇ ਕਿ ਕਦੋਂ ਅਤੇ ਅਸੀਂ ਕਿਹੜੇ ਕਿਹੜੇ ਟਾਸਕ ਜਿਹੜੇ ਹੋਣਗੇ ਸਾਡੇ ਲਈ ਇੰਪੋਰਟੈਂਟ ਨੇ, ਜਿਨ੍ਹਾਂ ਨੂੰ ਅਸੀਂ ਰਿਕੁਆਇਰਡ ਨੇ, ਇਹ ਕਹਾਂਗੇ ਕਿ ਅਸੀਂ ਆਪਣੀ ਪ੍ਰੋਬਲਮਸ ਨੂੰ ਟੈਕਲ ਕਰ ਸਕਦੇ ਹਾਂ ਅਤੇ ਸਾਡੇ ਗੋਲਸ ਜਿਹੜੇ ਹੋਣਗੇ ਇਫੈਕਟਿਵਲੀ ਅਚੀਵ ਕਰ ਸਕਦੇ ਹਾਂ। ਨੈਕਸਟ ਆ ਜਾਂਦਾ ਹੈ ਰੈਸ਼ਨਲ ਅਪਰੋਚ। ਰੈਸ਼ਨਲ ਅਪਰੋਚ ਦਾ ਮਤਲਬ ਹੁੰਦਾ ਕਿ ਰੈਸ਼ਨਲ ਐਕਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਸਾਡੇ ਓਬਜੈਕਟਿਵ ਜਿਹੜੇ ਪਲੈਨਿੰਗ ਹੋਏਗੀ, ਐਕਸ਼ਨ ਇਜ਼ ਵਨ ਵਿਚ ਇਜ਼ ਓਬਜੈਕਟਿਵਲੀ ਐਂਡ ਇੰਟੈਲੀਜੈਂਟਲੀ ਡਿਸਾਈਡਡ। ਠੀਕ ਹੈ ਜੀ, ਐਂਡ ਐਵਰੀ ਪਲਾਨ ਇਜ਼ ਏਮਡ ਐਟ ਰੀਚਿੰਗ ਦਾ ਗੋਲਸ ਬਾਈ ਅਪਲਾਈਂਗ ਦਾ ਐਪਰੋਪਰੀਏਟ ਰਿਸੋਰਸਿਸ। ਇਹਦਾ ਮਤਲਬ ਕੀ ਹੋਏਗਾ ਕਿ ਕੋਈ ਵੀ ਪਲਾਨ ਇਸ ਤਰੀਕੇ ਨਾਲ ਅਸੀਂ ਬਣਾਵਾਂਗੇ ਜਿਹਦੇ ਨਾਲ ਅਸੀਂ ਆਪਣੇ ਜਿਹੜੇ ਰਿਸੋਰਸਿਸ ਨੇ ਉਹਨਾਂ ਨੂੰ ਪ੍ਰੋਪਰਲੀ ਯੂਜ਼ ਕਰ ਸਕੀਏ, ਕਿਉਂਕਿ ਸਾਡੇ ਕੋਲ ਜਿਹੜੇ ਰਿਸੋਰਸਿਸ ਹੁੰਦੇ ਹਮੇਸ਼ਾ ਲਿਮਿਟਡ ਹੁੰਦੇ ਨੇ। ਠੀਕ ਹੈ, ਸੋ ਰੈਸ਼ਨਲ ਐਕਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹ ਨਹੀਂ ਹੈਗਾ ਕਿ ਵੀ ਸ਼ੁੱਡ ਵੇਸਟ ਦਾ ਰਿਸੋਰਸਿਸ ਔਨ ਦਾ ਪਲੈਨਿੰਗ ਐਜ਼ ਵੈਲ ਐਜ਼ ਵੈਨ ਵੀ ਆਰ ਗੋਇੰਗ ਟੂ ਇੰਪਲੀਮੈਂਟ ਇਟ, ਦੈਨ ਦਾ ਰਿਸੋਰਸਿਸ ਆਰ ਆਲਸੋ ਵੇਸਟਡ। ਠੀਕ ਹੈ ਜੀ, ਵੈਨ ਵੀ ਆਰ ਪਲੈਨਿੰਗ ਦਾ ਟਾਈਮ ਇਜ਼ ਵੇਸਟਡ। ਠੀਕ ਹੈ, ਸੋ ਪਲੈਨਿੰਗ ਦੇ ਵਿੱਚ ਕੀ ਹੋਣਾ ਚਾਹੀਦਾ ਕਿ ਅਸੀਂ ਰੈਸ਼ਨਲ ਅਪਰੋਚ ਨੂੰ ਲੈ ਕੇ ਹੀ ਚੱਲਾਂਗੇ। ਠੀਕ ਹੈ, ਇਹ ਗੱਲ ਹੋਰ ਵੀ ਧਿਆਨ 'ਚ ਰੱਖਣੀ ਹੈ ਕਿ ਦੈਟ ਦੇਰ ਆਰ ਡਿਫਰੈਂਟ ਆਲਟਰਨੇਟਿਵਜ਼ ਅਵੇਲੇਬਲ ਟੂ ਕੋਪ ਵਿਦ ਦ ਸੇਮ ਸਿਚੁਏਸ਼ਨ। ਇਸ ਦਾ ਮਤਲਬ ਕੀ ਹੁੰਦਾ ਹੈ ਕਿ ਇੱਕੋ ਹੀ ਕੰਮ ਨੂੰ ਕਰਨ ਦੇ ਸਾਡੇ ਕੋਲ ਕਈ ਜ਼ਿਆਦਾ ਆਪਸ਼ਨਸ ਅਵੇਲੇਬਲ ਹੁੰਦੇ ਨੇ। ਠੀਕ ਹੈ, ਬਟ ਪਲੈਨਿੰਗ ਹੈਲਪਸ ਇਨ ਸੁਜੈਸਟਿੰਗ ਦਾ ਬੈਸਟ ਆਲਟਰਨੇਟਿਵ ਹੈ ਪ੍ਰੋਵਾਈਡਿੰਗ ਦਾ ਰੈਸ਼ਨਲ ਅਪਰੋਚ। ਠੀਕ ਹੈ ਜੀ, ਤਾਂ ਸਾਨੂੰ ਪਲੈਨਿੰਗ ਕੀ ਦੱਸਦੀ ਹੈ, ਸਾਨੂੰ ਇਹ ਦੱਸਦੀ ਹੈ ਕਿ ਸਾਡੇ ਲਈ ਬੈਸਟ ਆਪਸ਼ਨ ਜਾਂ ਆਲਟਰਨੇਟਿਵ ਕਿਹੜਾ ਹੋਏਗਾ ਜਦੋਂ ਅਸੀਂ ਨੇ ਓਬਜੈਕਟਿਵਸ ਨੂੰ ਆਪਣੇ ਨੂੰ ਅਚੀਵ ਕਰਨਾ। ਠੀਕ ਹੈ, ਰੈਸ਼ਨਲ ਅਪਰੋਚ ਦਾ ਮਤਲਬ ਕੀ ਹੋਊਗਾ ਕਿ ਸਾਡੇ ਜਿਹੜੇ ਅਸੀਂ ਰਿਸੋਰਸਿਸ ਯੂਟੀਲਾਈਜ਼ ਕਰਾਂਗੇ ਉਹਨਾਂ ਨੂੰ ਅਸੀਂ ਵੇਸਟ ਨਹੀਂ ਕਰਨਾ। ਠੀਕ ਹੈ, ਸਾਡਾ ਟਾਈਮ ਵੀ ਘੱਟ ਤੋਂ ਘੱਟ ਯੂਜ਼ ਹੋਵੇ, ਕੋਸਟ ਸਾਡੀ ਘੱਟ ਤੋਂ ਘੱਟ ਲੱਗੇ, ਸਾਡਾ ਐਜ਼ ਵੈਲ ਐਜ਼ ਸਾਡੇ ਰਿਜ਼ਲਟਸ ਜਿਹੜੇ ਸਾਨੂੰ ਐਕਟਿਵਲੀ ਅਚੀਵ ਹੋ ਸਕਣ। ਦੀਜ਼ ਆਰ ਦਾ ਪੁਆਇੰਟਸ ਦੈਟ ਸ਼ੁੱਡ ਬੀ ਕੰਸੀਡਰਡ ਇਨ ਦਾ ਰੈਸ਼ਨਲ ਅਪਰੋਚ। ਠੀਕ ਹੈ ਜੀ, ਨੈਕਸਟ ਆ ਜਾਂਦਾ ਲੀਡਸ ਟੂ ਐਫੀਸ਼ੀਐਂਸੀ ਐਂਡ ਇਕੋਨਮੀ। ਲੀਡਸ ਟੂ ਐਫੀਸ਼ੀਐਂਸੀ ਐਂਡ ਇਕੋਨਮੀ ਦਾ ਮਤਲਬ ਕੀ ਹੁੰਦਾ ਹੈ, ਐਫੀਸ਼ੀਐਂਸੀ ਇਜ਼ ਦਾ ਮੇਨ ਐਕਟੀਵਿਟੀ ਆਫ ਐਵਰੀ ਮੈਨੇਜੀਰੀਅਲ ਫੰਕਸ਼ਨ। Planning also aims to bring the efficiency in the utilization of the various factors of the production. Efficiency ਮਤਲਬ ਕੀ ਹੋਊਗਾ ਕਿ ਅਸੀਂ ਨੇ ਜਿਹੜੇ ਸਾਡੇ ਮੈਨੇਜਰੀਅਲ ਜਿਹੜਾ ਫੰਕਸ਼ਨ ਹੈ, ਠੀਕ ਹੈ, ਉਹਦੇ ਵਿੱਚ ਸਾਡਾ ਮੇਨ ਪਾਰਟ ਹੋਣਾ ਚਾਹੀਦਾ ਕਿ ਅਸੀਂ ਨੇ ਐਫੀਸ਼ੀਐਂਸੀ ਲੈ ਕੇ ਆਉਣੀ ਹੈ। ਐਫੀਸ਼ੀਐਂਸੀ ਦਾ ਮਤਲਬ ਕੀ ਹੁੰਦਾ, ਨਿਪੁੰਨਤਾ। ਠੀਕ ਹੈ, ਪਲੈਨਿੰਗ ਸਾਡੀ ਸਾਡਾ ਏਮ ਹੀ ਹੋਣਾ ਚਾਹੀਦਾ ਕਿ ਅਸੀਂ ਯੂਟੀਲਾਈਜੇਸ਼ਨ ਆਫ ਰਿਸੋਰਸਿਸ ਜਿਹੜੇ ਕਰਾਂਗੇ ਜਾਂ ਸਾਡੇ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਹੋਣਗੇ। ਫੈਕਟਰਸ ਆਫ ਪ੍ਰੋਡਕਸ਼ਨ ਕਿਹੜੇ ਹੁੰਦੇ ਨੇ, ਸਾਡੇ ਲੈਂਡ ਹੋ ਗਿਆ, ਲੇਬਰ ਹੋ ਗਈ ਐਂਡ ਸਾਡੇ ਮਨੀ ਹੋ ਗਈ।
ਠੀਕ ਹੈ। these are the basically capital, ਜਿਹਨੂੰ ਆਪਾਂ ਮਨੀ ਨੂੰ ਕੈਪੀਟਲ ਵੀ ਕਹਿ ਸਕਦੇ ਹਾਂ। ਇਹ ਸਾਡੇ ਕੀ ਨੇ ਜੀ, ਫੈਕਟਰਸ ਆਫ ਪ੍ਰੋਡਕਸ਼ਨ। ਇਹਨਾਂ ਦੇ ਰਿਗਾਰਡਿੰਗ ਸਾਨੂੰ ਐਫੀਸ਼ੀਐਂਸੀ ਹੋਣੀ ਚਾਹੀਦੀ ਹੈ, ਮਤਲਬ ਅਸੀਂ ਨਿਪੁੰਨਤਾ ਲੈ ਕੇ ਆਉਣੀ, ਇਹ ਨਹੀਂ ਹੈਗਾ ਕਿ ਅਸੀਂ ਵੇਸਟ ਕਰਾਂਗੇ ਇਹਨਾਂ ਨੂੰ, ਐਜ਼ ਵੀ ਹੈਵ ਆਲਰੇਡੀ ਡਿਸਕਸਡ ਇਨ ਦਾ ਰੈਸ਼ਨਲ ਅਪਰੋਚ ਆਲਸੋ। ਪਲੈਨਿੰਗ ਇਜ਼ ਡਾਇਰੈਕਟਡ ਟੂਵਰਡਸ ਯੂਜ਼ਿੰਗ ਦ ਰਿਸੋਰਸਿਸ ਐਫੀਸ਼ੀਐਂਟਲੀ ਐਂਡ ਇਕਨੋਮਿਕਲੀ, ਠੀਕ ਹੈ, ਸੋ ਦੈਟ ਦ ਰਿਜ਼ਲਟਸ ਕੈਨ ਬੀ ਅਚੀਵਡ ਮੋਰ ਦੈਨ ਦ ਇਨਪੁਟਸ ਇੰਪਲੋਇਡ। ਇਹਦਾ ਮਤਲਬ ਕੀ ਹੋਊਗਾ ਕਿ ਜਿੰਨੇ ਅਸੀਂ ਰਿਸੋਰਸਿਸ ਲਗਾਏ ਨੇ, ਠੀਕ ਹੈ, ਜਿੰਨਾ ਅਸੀਂ ਪੈਸਾ ਲਗਾ ਰਹੇ ਹਾਂ, ਸਾਨੂੰ ਇਹ ਨਹੀਂ ਹੈਗਾ ਕਿ ਸਾਨੂੰ ਜਸਟ ਕਾਸਟ, ਜਿੰਨੀ ਅਸੀਂ ਕਾਸਟ ਪੈਸਾ ਲਗਾਏ ਸਾਨੂੰ ਉਨਾ ਹੀ ਰਿਟਰਨਸ ਮਿਲ ਰਹੀਆਂ ਨੇ। ਸਾਨੂੰ ਰਿਟਰਨ ਅਗਰ ਮੈਕਸਿਮਮ ਮਿਲੇਗੀ ਤਾਂ ਹੀ ਸਾਡੇ ਬਿਜ਼ਨਸ ਕਰਨ ਦਾ ਕੋਈ ਬੈਨੀਫਿਟ ਹੋਏਗਾ, ਠੀਕ ਹੈ ਜੀ। ਤਾਂ ਇਕੋਨਮੀ ਅਤੇ ਐਫੀਸ਼ੀਐਂਸੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਪਲੈਨਿੰਗ ਕਰਦੇ ਹਾਂ। ਨੈਕਸਟ ਆ ਜਾਂਦਾ ਫਾਰਵਰਡ ਲੁਕਿੰਗ, ਐਜ਼ ਵੀ ਹੈਵ ਆਲਰੇਡੀ ਡਿਸਕਸਡ ਇਨ ਦ ਮੀਨਿੰਗ ਆਫ ਦ ਪਲੈਨਿੰਗ, ਦੈਟ ਪਲੈਨਿੰਗ ਇਜ਼ ਅ ਥਿੰਕਿੰਗ ਅਹੈਡ। ਥਿੰਕਿੰਗ ਅਹੈਡ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਪਲੈਨਿੰਗ ਹੁੰਦੀ ਹੈ ਉਹਦੇ ਵਿੱਚ ਮੋਸਟਲੀ ਕੀ ਕੀਤਾ ਜਾਂਦਾ ਹੈ ਕਿ ਅਸੀਂ ਫਿਊਚਰ ਦੇ ਰਿਗਾਰਡਿੰਗ ਸੋਚਦੇ ਹਾਂ, ਠੀਕ ਹੈ। ਫਿਊਚਰ ਦੇ ਵਿੱਚ ਕੀ ਰਿਕੁਆਇਰਮੈਂਟਸ ਹੋਣਗੀਆਂ ਸਾਡੇ ਓਬਜੈਕਟਿਵਸ ਨੂੰ, ਸਾਡੇ ਗਰੁੱਪ ਗੋਲਸ ਨੂੰ ਪੂਰਾ ਕਰਨ ਦੀ, ਠੀਕ ਹੈ। ਉਸ ਦੇ ਲਈ ਅਸੀਂ ਪਹਿਲਾਂ ਹੀ ਪ੍ਰੈਡਿਕਸ਼ਨਸ ਕਰ ਲੈਂਦੇ ਹਾਂ। ਜਿਹੜੀ ਚੀਜ਼ ਅਸੀਂ ਪ੍ਰੈਡਿਕਸ਼ਨਸ ਦੇ ਵਿੱਚ ਕਰਾਂਗੇ ਦੈਟ ਇਜ਼ ਕੰਸੀਡਰਡ ਇਨ ਦਾ ਪਲੈਨਿੰਗ ਪਾਰਟ। सो इट इन्वॉल्व्स फॉरकास्टिंग ऑफ द फ्यूचर इवेंट्स सच एज द कस्टमर्स हो गए, डिमांड होगी, अपनी कंपटीशन हो गया, गवर्नमेंट होगी, गवर्नमेंट पॉलिसीज हो गई एक्सैक्ट्रा। ये सारी चीज़ां असीं ध्यान च रख के की करांगे जी, प्लैनिंग करांगे, ठीक है। नैक्सट आ जांदा प्रिवेसिव फंक्शन। प्रिवेसिव फंक्शन का मतलब की हुंदा कि ऑल मैनेजर्स प्लान। ऑल मैनेजर्स प्लान का मतलब की होएगा कि दैट प्लैनिंग इज़ अ फंक्शन टू बी परफॉर्म्ड बाय ऑल द मैनेजर्स राइट फ्रॉम द टॉप लैवल टू द लोएस्ट लैवल विद द डिफरेंस इन डिग्री एंड द स्कोप ऑफ द इंपॉर्टेंस, ठीक है जी। तो सारे के सारे जोड़े मैनेजर्स होंगे, ठीक है, अपने मैनेजर्स मतलब डिफरेंट डिफरेंट डिपार्टमेंट्स के जोड़े हैड्स होंगे दैट शुड बी कंसीडर्ड और देर ऑल्सो पार्ट ऑफ द प्लैनिंग। इसका मतलब ये नहीं है कि सिर्फ एक ही जोड़े हायर अथॉरिटीज़ होंगे टॉप लैवल दियाँ सिर्फ वही प्लैनिंग करनी है, ठीक है जी। तो लोएस्ट लैवल तक भी साड़ी प्लैनिंग जानी चाहिए, ठीक है। जिहदे विच की होगा कि ईजीली अगर लोएस्ट लैवल के परसनस नूं इंक्लूड किया जाएगा तो ईजीली वर्क जोड़ा होएगा, ऑब्जैक्टिव्स जोड़े होंगे अचीव हो सकते हैं, ठीक है जी। तो नेचर तो स्कोप जी होएगी प्लैनिंग की शुड बी चेंज डिपेंडिंग पॉन द परसोनल इनवॉल्व, बट प्लैनिंग एज एन एक्शन रिमेन्स इंटैक्ट, ठीक है। बट आप ये कहांगे, ये मन के चलांगे कि जी स्कोप होएगी तो नेचर होंगी है प्लैनिंग की हमेशा चेंज होती रहती है, बट डिपेंड करता है कि परसन किन्ने के इनवॉल्व हैं, ठीक है जी। नैक्सट आ जाता सिलेक्टिव प्रोसैस। सिलेक्टिव प्रोसैस का मतलब की होंगे कि प्लैनिंग जी होंगी है आपां डिफरेंट डिफरेंट ऑल्टरनेटिव्स प्रोवाइड करती है, जो आप कहांगे कि सानू ऑल्टरनेटिव्स के विचों बेस्ट सिलेक्ट करने की हेल्प करती है, एज वी हैव ऑलरेडी डिस्कस्ड इन दिस पॉइंट ऑल्सो एंड इन दिस पॉइंट ऑल्सो। रैशनल अप्रोच के भी आप डिस्कस किया कि ऑल्टरनेटिव्स होंगे ने, एफिशिएंसी के भी आप डिस्कस किया कि ऑल्टरनेटिव्स होंगे ने, ठीक है। एंड सिलेक्टिव प्रोसैस के भी आप यही गल करांगे कि बेस्ट ऑल्टरनेटिव्स के विचों असीं बेस्ट ऑल्टरनेटिव सिलेक्ट करांगे, डिफरेंट डिफरेंट ऑप्शन साडे कोल जिहड़ियां अवेलेबल होणगियां। ते साडे पूरे दे पूरे लाइन ऑफ एक्शन दा मेन रीजन साडा यही होगा कि असीं वेरीअस जदों भी असीं बेस्ट ऑल्टरनेटिव सिलेक्ट करांगे तो साडे इहदे विच यही होना चाहिए कि असीं प्रोज ते कॉन्स भी देखांगे, ठीक है जी। तो मतलब की होया कि असीं इहदे एडवांटेजिस भी देखांगे, डिसएडवांटेजिस भी देखांगे, उस तो बाद ही असीं की करांगे अपनी प्लैनिंग दे रिगार्डिंग प्लैनिंग करांगे कि असीं ऑल्टरनेटिव साडे लई किहड़ा बेस्ट होएगा, ठीक है। तो प्लैनिंग जो भी असीं करते हैं ऑल्टरनेटिव के रिगार्डिंग असीं अपने जिन्ने भी साडे कोल रिसोर्सिस अवेलेबल ने उन्होंने भी ध्यान च रखांगे, उस तो बाद ही असीं सिलेक्टिव प्रोसैस जिहड़ा होगा साडा कंसीडर किया जाएगा। नैक्सट आ जाता है रियलिस्टिक अप्रोच टू प्रॉब्लम्स। रियलिस्टिक अप्रोच टू प्रॉब्लम्स का मतलब की होएगा आफ्टर थॉरली स्टडिंग द फिजिबिलिटी ऑफ द प्रोजेक्ट ऑब्जेक्टिव्स आर लेड डाउन सो एज टू रिड्यूस द चांसिस ऑफ फेलियर। कहते जो भी असी प्रॉपर एक थॉरो स्टडी करते हैं कि स्टडी करांगे असी स्टडी करांगे कि प्रोजेक्ट साडा फिजिबल है कि असी अचीव कर सकते हैं जो असी ऑब्जेक्टिव्स रखे ने, ठीक है जी, ताकि साडे जिहड़े चांसिस ने फेलियर दे उन्हां नूं असी रिड्यूस कर सकीए, घटा सकीए। द प्लैनिंग स्टडीज़ द प्रॉब्लम इन सच अ मैनर दैट इम्पॉसिबल ऑल्टरनेटिव्स आर रिजेक्टेड एंड टर्न डाउन, ठीक है जी। तो प्लैनिंग सानू की हैल्प करती है कि साडे कोल जिहड़े ऑल्टरनेटिव साडे असी अचीव नहीं कर सकते, ठीक है, जां असी कहांगे कि जिहड़े साडे ऑल्टरनेटिव सानू लगदा है कि दैट शुड बी नॉट बी मैच्ड विद अवर रिसोर्सिस, उन्हां नूं असी की कर दांगे जी, रिजैक्ट कर दांगे, ठीक है, जां असी कहांगे कि टर्न डाउन असी मतलब उन्हां नूं एक्सैप्ट ही नहीं करांगे, ठीक है। उस तो बाद ही ये मन के चलांगे कि जिहड़ी प्लैनिंग होगी सानू इसी तरह रियलिस्टिक अप्रोच जिहड़ी होगी प्रॉब्लम्स दे लई सानू प्रोवाइड करेगी। नैक्सट आ जांदा कंटीन्यूअस प्रोसैस। कंटीन्यूअस प्रोसैस का मतलब की होंदा है कि प्लैनिंग की होंदी है एक कंटीन्यूअसली परफॉर्म की जाती है,
ठीक है। मतलब ਕੀ ਹੋਏਗਾ ਕਿ ਪਲੈਨਿੰਗ ਜਿਹੜੀ ਹੋਗੀ ਐਵਰ ਐਂਡਿੰਗ ਪ੍ਰੋਸੈਸ ਹੈ। ਇੱਕ ਵਾਰੀ ਪਲੈਨਿੰਗ ਅਗਰ ਅਸੀਂ ਕਰਤੀ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਪਲੈਨਿੰਗ ਜਿਹੜੀ ਹੋਈ ਸਟਾਪ ਹੋ ਜਾਏਗੀ, ਠੀਕ ਹੈ। ਜਿਵੇਂ ਜਿਵੇਂ ਇਨਵਾਇਰਮੈਂਟ ਦੇ ਵੀ ਚੇਂਜਸ ਹੋਣਗੀਆਂ, ਠੀਕ ਹੈ, ਕਿਉਂਕਿ ਸਾਨੂੰ ਪਤਾ ਹੈ ਕਿ ਅਕੋਰਡਿੰਗ ਟੂ ਦਾ ਟਾਈਮ ਪੀਰੀਅਡ ਬਿਜ਼ਨਸ ਜਿਹੜਾ ਹੋਏਗਾ ਚੇਂਜ ਹੁੰਦਾ ਰਹਿੰਦਾ। ਕਿਉਂ ਹੁੰਦਾ? ਕਿਉਂਕਿ ਬਿਜ਼ਨਸ ਇਨਵਾਇਰਮੈਂਟ ਜਿਹੜਾ ਹੁੰਦਾ ਚੇਂਜ ਹੁੰਦਾ, ਠੀਕ ਹੈ ਜੀ। ਯੂ ਹੈਵ ਆਲਰੇਡੀ ਡਿਸਕਸ ਦਾ ਚੈਪਟਰ ਦੈਟ ਇਜ਼ ਦਾ ਬਿਜ਼ਨਸ ਇਨਵਾਇਰਮੈਂਟ, ਠੀਕ ਹੈ। ਸੋ ਬਿਜ਼ਨਸ ਨੂੰ ਕਾਫੀ ਜ਼ਿਆਦਾ ਚੈਲੰਜਸ ਜਿਹੜੇ ਹੁੰਦੇ ਨੇ ਫੇਸ ਕਰਨੇ ਪੈਂਦੇ ਨੇ। ਸੋ ਮੰਨ ਕੇ ਚੱਲਾਂਗੇ ਕਿ ਪਲੈਨਿੰਗ ਕੀ ਹੋਏਗੀ ਸਾਡੀ ਕੰਟੀਨਿਊਸਲੀ ਪਰਫੋਰਮ ਕੀਤੀ ਜਾਂਦੀ ਹੈ, ਠੀਕ ਹੈ। ਜਿਹਦੇ ਵਿੱਚ ਕੀ ਹੁੰਦਾ ਕਿ ਕਾਫੀ ਜ਼ਿਆਦਾ ਅਮੈਂਡਮੈਂਟਸ ਮੀਨਸ ਚੇਂਜਸ ਜਿਹੜੇ ਹੋਣਗੇ ਪਲਾਨਸ ਦੇ ਵਿੱਚ ਕਰਨੀਆਂ ਪੈਣਗੀਆਂ ਸਾਨੂੰ। ਪਲੈਨਿੰਗ ਜਿਹੜੀ ਹੋਏਗੀ ਇਨਵੋਲਵ ਹੁੰਦੀ ਹੈ ਕੰਟੀਨਿਊਸ ਐਨਾਲਿਸਿਸ ਆਫ ਦਾ ਪਲਾਨਸ ਇਨ ਦਾ ਕੰਟੈਕਸਟ ਆਫ ਦਾ ਚੇਂਜਿੰਗ ਸਰਕਮਸਟਾਂਸਿਸ, ਠੀਕ ਹੈ। ਜਿੰਨੇ ਵੀ ਸਾਡੇ ਸਰਕਮਸਟਾਂਸਿਸ ਜਾਂ ਇਨਵਾਇਰਮੈਂਟ ਸਾਡਾ ਚੇਂਜ ਹੋ ਰਿਹਾ ਉਸ ਦੇ ਅਕੋਰਡਿੰਗ ਅਸੀਂ ਕੀ ਕਰਾਂਗੇ ਜੀ, ਪਲੈਨਿੰਗ ਦੇ ਵਿੱਚ ਚੇਂਜਸ ਕਰਾਂਗੇ ਅਤੇ ਚੇਂਜਸ ਕਰਕੇ ਉਸ ਦੇ ਅਕੋਰਡਿੰਗ ਹੀ ਚੇਂਜ ਕਰਕੇ ਆਪਣਾ ਪਲਾਨ ਜਿਹੜਾ ਹੋਊਗਾ ਓਬਜੈਕਟਿਵਸ ਦੇ ਵਿੱਚ ਚੇਂਜਸ ਕਰਕੇ ਸਾਡੇ ਬਿਜ਼ਨਸ ਨੂੰ ਅਸੀਂ ਈਜ਼ੀਲੀ ਪਰਫੋਰਮ ਕਰ ਸਕਦੇ ਹਾਂ। ਥੈਂਕ ਯੂ ਸੋ ਮਚ।